सॉलिड तो की बना रही हैं, लिक्विड बना रही हैं, तो फ्रीज कर रही हैं तो लिक्विड तो की बना रही हैं, सॉलिड। सॉलिड तो लिक्विड का ਆਪਾਂ ਨੂੰ ਕਹਾਂਗੇ ਮੈਲਟਿੰਗ ਪੁਆਇੰਟ ਹੈ ਕਿ ਫਰੀਜ਼ਿੰਗ ਪੁਆਇੰਟ ਹੈ, ਕੀ ਕੋਈ ਫਰਕ ਹੈ? ਮੈਲਟਿੰਗ ਪੁਆਇੰਟ ਵੀ ਉਹੀ ਹੋਊਗਾ ਤੇ ਫਰੀਜ਼ਿੰਗ ਪੁਆਇੰਟ ਵੀ ਉਹੀ ਹੋਊਗਾ। ਹੁਣ ਮੈਂ ਤੁਹਾਨੂੰ ਕਹਿਣਾ ਕੀ ਚਾਹਣਾ ਵੀ ਇੱਥੇ ਮੈਲਟਿੰਗ ਪੁਆਇੰਟ ਨਹੀਂ ਅਸਲ ਵਿੱਚ, ਇਹ ਜਿਹੜਾ ਲਿਖਣਾ ਸੀ ਨਾ ਫਰੀਜ਼ ਕਰਨਾ ਕਹਿਣਾ ਜੀ, ਫਰੀਜ਼ਿੰਗ ਪੁਆਇੰਟ। ਫਰੀਜ਼ ਕਰਨਾ ਤਾਂ ਮੈਂ ਲਿਕੁਇਡ ਤੋਂ ਕੀ ਬਣਾ ਰਿਹਾ ਹੈਗਾ, ਸੋਲਿਡ ਬਣਾ ਰਹੇ ਹਾਂ। ਲਿਕੁਇਡ ਸੋਲਿਡ ਬਣਾਵਾਂਗੇ ਤਾਂ ਸਾਨੂੰ ਪਤਾ ਵੀ ਫਰੀਜ਼ਿੰਗ ਪੁਆਇੰਟ ਕਿੰਨਾ ਹੋਊਗਾ, ਪਾਣੀ ਦਾ 0 ਡਿਗਰੀ ਸੈਲਸੀਅਸ ਹੋਊਗਾ। ਸਮਝ ਲੱਗੀ ਗੱਲ ਦੀ? ਜਦੋਂ ਉਹ 'ਚ ਮੈਂ ਕੀ ਐਡ ਕੀਤਾ, ਸੋਲਿਊਟ ਐਡ ਕੀਤਾ, ਤਾਂ ਉਸ ਟਾਈਮ ਤੇ ਹੁਣ ਉਹ ਪਹਿਲੀ ਗੱਲ ਤਾਂ 0 ਤੇ ਨਹੀਂ, ਉਹ ਤੋਂ ਉੱਪਰਲੀ ਵੈਲਿਊ ਤੇ 1 2 3 4 5 6 7 8 9 10 ਇਹਨਾਂ ਵੈਲਿਊਜ਼ 'ਚ ਕੀ ਕਰੂਗਾ, ਫਰੀਜ਼ ਹੋ ਜਾਊਗਾ। ਫਰੀਜ਼ ਹੋ ਜਾਊਗਾ, ਲਿਕੁਇਡ ਕੀ ਬਣ ਜਾਊਗਾ, ਸੋਲਿਡ ਬਣ ਜਾਊਗਾ। ਤਾਂ ਇਟ ਇਜ਼ ਪਹਿਲੀ ਫਰੀਜ਼ ਹੋ ਗਿਆ। ਹੁਣ ਤਾਂ ਕੋਈ ਮਾਈਨਸ ਨਹੀਂ ਜਾਂਦਾ, ਪਹਿਲੀ ਫਰੀਜ਼ ਹੋ ਗਿਆ ਤਾਂ ਮੈਂ ਕਹੂੰਗਾ ਦੈਟ ਇਜ਼ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ। ਉਹ 'ਚ ਕੀ ਸੀ ਕੱਲ੍ਹ ਵਾਲੇ 'ਚ ਵੀ ਪਹਿਲਾਂ ਘੱਟ ਟੈਂਪਰੇਚਰ 'ਤੇ ਉਬਲਦਾ ਸੀ, ਜ਼ਿਆਦਾ 'ਤੇ ਕੀ ਹੁੰਦਾ ਸੀਗਾ, ਸੋਲਿਊਸ਼ਨ ਪਾਉਣ ਤੋਂ ਬਾਅਦ ਸੋਲੂਟ ਪਾਉਣ ਜ਼ਿਆਦਾ 'ਤੇ ਉਬਲਦਾ ਸੀ, ਤਾਂ ਆਪਾਂ ਕਹਿੰਦੇ ਸੀ ਉਹ ਕੀ ਐਲੀਵੇਸ਼ਨ ਆ, ਆਪਾਂ ਵੱਧ ਗਈ ਵੈਲਿਊ। ਇਹਦੇ ਵਿੱਚ ਕਰ ਵਧੀ ਨਹੀਂ ਵੈਲਿਊ 'ਚ ਕੀ ਆ, ਘਟੀ ਆ। 0 ਤੇ ਸੀ, ਹੁਣ 4 ਤੇ ਹੀ ਪਰ ਪਹਿਲੀ ਉਬਲਣ ਲੱਗ ਗਿਆ, ਤਾਂ ਮੈਂ ਕਹੂੰਗਾ ਉਹ ਦੈਟ ਇਜ਼ ਕਾਲਡ ਡਿਪਰੈਸ਼ਨ ਆ ਗਿਆ, ਘੱਟ ਵੈਲਿਊ ਆਈ ਆ ਕਿਹਦੀ, ਫਰੀਜ਼ਿੰਗ ਪੁਆਇੰਟ। ਗੱਲ ਕੈਚ ਕਰਕੇ ਹੁਣ ਆਪਾਂ ਗੱਲ ਕਰਦੇ ਹਾਂ, ਦੇਖੋ ਫਿਰ ਹਜੇ ਪੂਰੀ ਤਰ੍ਹਾਂ ਸਮਝ ਲੱਗੀ ਗੱਲ। ਮੈਂ ਕੀ ਕਹਿਣਾ ਚਾਹੁੰਦਾ, ਮੰਨ ਲਓ ਵੀ ਤੁਹਾਨੂੰ ਪਤਾ ਵੀ ਆਪਣੇ ਇੱਕ ਟਾਈਮ ਰੂਮ ਟੈਂਪਰੇਚਰ ਕਿੰਨਾ ਟੈਂਪਰੇਚਰ 12 'ਚ ਹੁੰਦਾ। ਵਟ ਇਜ਼ ਰੂਮ ਟੈਂਪਰੇਚਰ ਇਜ਼ ਆਲਵੇਜ਼ 25 ਡਿਗਰੀ ਸੈਲਸੀਅਸ। ਟੈਂਪਰੇਚਰ ਰੂਮ ਟੈਂਪਰੇਚਰ ਕਿੰਨਾ ਹੁੰਦਾ ਹੈਗਾ, 25 ਡਿਗਰੀ ਸੈਲਸੀਅਸ। ਤੇ ਕੈਲਵਿਨ 'ਚ 25 ਪਲੱਸ 273 ਕਿੰਨਾ ਬਣ ਗਿਆ, 298 ਕੈਲਵਿਨ। ਇਹਦਾ ਮਤਲਬ ਹੈ ਜਿਹੜਾ ਸਾਡਾ ਐਟ ਟਾਈਮ रूम टैंपरेचर वो कितना 298 केल्विन या 25 डिग्री सैल्सीयस है। साथियों मैं कहना कि चाहना, मान लो भी एक पानी है लिक्विड, इन्हों फ्रीज करना चाहना तो फ्रीज करने वास्ते मैं करूँगा कि टैंपरेचर घटाऊँगा ना, उन्होंने फ्रिज च लाऊँगा, टैंपरेचर घटे ताकि की हो जाए, सॉलिड बन जाए। तो 25 तो टैंपरेचर घटाने लगे 24 23 22 21 20 तो 0 पे जाके की बन जूगा, ये सॉलिड बन। सिमिलरली पर जेकर मैं ਹੁਣ ਕਹਿਣਾ ਕੀ ਚਾਹੁੰਦਾ ਪੁਆਇੰਟ ਆਪਣਾ ਵੀ ਜਦੋਂ ਲਿਕੁਇਡ 'ਚ ਮੈਂ ਕੀ ਕੋਈ ਸੋਲਿਊਟ ਪਾ ਦਿਆਂ, ਖੰਡ ਪਾ ਦਿਆਂ, ਤਾਂ ਹੁਣ ਇਹ 25 ਟੈਂਪਰੇਚਰ ਘਟਾਉਣ ਲੱਗਿਆ, 24 23 22 21 20 18 17 0 ਤੇ ਨਹੀਂ, ਇਹ 5 ਡਿਗਰੀ ਸੈਲਸੀਅਸ ਤੇ ਹੀ ਕੀ ਹੋ ਜਾਊਗਾ, ਫਰੀਜ਼ ਹੋ ਜਾਊ। ਤਾਂ ਫਰੀਜ਼ ਕਰਨਾ ਸੌਖਾ ਜਦੋਂ ਅਸੀਂ ਉਹ 'ਚ ਕੀ ਪਾ ਦਿੰਦੇ ਹਾਂ, ਸੋਲਿਊਟ ਪਾ ਦਿੰਦੇ ਹਾਂ, ਤਾਂ ਫਰੀਜ਼ ਕਰਨਾ ਸੌਖਾ। ਇਹਨੂੰ ਹੀ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਕਿਹਾ ਜਾਂਦਾ। ਗੱਲ ਕੈਚ ਕਰਕੇ ਕੁਐਸਚਨ ਇਹ ਆਊਗਾ ਵੀ ਕਿਉਂ ਕਰ ਗਿਆ ਵੀ ਡਿਪਰੈਸ਼ਨ ਫਰੀਜ਼ਿੰਗ ਪੁਆਇੰਟ ਦਾ ਕਾਰਨ ਕੀ ਹੈ। ਜਿਵੇਂ ਆਪਾਂ ਕੱਲ੍ਹ ਪੜ੍ਹਿਆ ਸੀਗਾ, ਕੱਲ੍ਹ ਕੀ ਪੜ੍ਹਿਆ ਸੀ ਵੀ ਭਾਈ ਜਦੋਂ ਸੋਲਿਡ ਦੇ ਪਾਰਟੀਕਲਸ ਪੈਂਦੇ ਨੇ ਤਾਂ ਉਹ ਕਰਦੇ ਕੀ ਨੇ, ਦੱਬ ਲੈਂਦੇ ਨੇ ਤਾਂ ਵੇਪਰਸ ਕੀ ਨਿਕਲਦੇ ਨੇ, ਘੱਟ ਵੇਪਰ ਪ੍ਰੈਸ਼ਰ ਕੀ ਬਣਦਾ, ਘੱਟ ਟੈਂਪਰੇਚਰ ਕੀ ਦੇਣਾ ਪੈਂਦਾ, ਜ਼ਿਆਦਾ ਦੇਣਾ ਪੈਂਦਾ। ਸਿਮਿਲਰਲੀ ਅਸੀਂ ਕਹਾਂਗੇ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਦਾ ਕਾਰਨ ਕੀ ਆ, ਸਿੰਪਲ, ਪਹਿਲਾਂ ਲਿਕੁਇਡ ਦੇ ਪਾਰਟੀਕਲ ਨੇ ਏ ਜਦੋਂ ਉਹਦੇ ਵਿੱਚ ਮੈਂ ਸੋਲਿਡ ਪਾਤਾ, ਤੁਹਾਨੂੰ ਪਤਾ ਕਿ ਐਸ ਕੰਪੇਅਰ ਟੂ ਏ ਨਾਲੋਂ ਸੋਲਿਡ ਦਾ ਬੌਂਡ, ਆ ਲਿਕੁਇਡ ਦਾ ਬੌਂਡ ਆ ਏ, ਹੁਣ ਇਹ 'ਚ ਇੱਕ ਸੋਲਿਡ ਆ ਤੇ ਕੀ ਹੈ, ਲਿਕੁਇਡ ਆ, ਕਿਹਦੇ 'ਚ ਬੌਂਡਰ ਵਾਲਾ ਫੋਰਸਾਂ ਜ਼ਿਆਦਾ ਹੋਣਗੀਆਂ, ਏ ਬੀ ਦੇ ਵਿੱਚ, ਜਿਹਦੇ 'ਚ ਬੌਂਡਰ ਵਾਲਾ ਫੋਰਸ ਜ਼ਿਆਦਾ ਨੇ। ਇਹਦਾ ਮਤਲਬ ਬੌਂਡ ਪਹਿਲੀ ਕੀ ਹੋ ਗਿਆ, ਮਜ਼ਬੂਤ ਹੋ ਗਿਆ। ਜੇ ਪਹਿਲੀ ਮਜ਼ਬੂਤ ਹੋ ਗਿਆ ਅਸੀਂ ਬਟ ਇਹਦਾ ਮੀਨਿੰਗ ਸੋਲਿਡ ਹੁੰਦਾ ਕੀ ਆ, ਕੋਈ ਜੀ ਲਿਕੁਇਡ ਸੋਲਿਡ ਬਣ ਰਹੀ ਆ, ਅਸਲ ਵਿੱਚ ਹੋ ਕੀ ਰਿਹਾ, ਬੌਂਡਰ ਵਾਲ ਫੋਰਸਾਂ ਸਾਥੀਓ ਕੀ ਹੋ ਰਹੀਆਂ ਨੇ, ਮਜ਼ਬੂਤ ਹੋ ਰਹੀਆਂ ਨੇ। ਜਦੋਂ ਬੌਂਡਰ ਵਾਲ ਫੋਰਸਾਂ ਵੱਧ ਗਈਆਂ ਤਾਂ ਲਿਕੁਇਡ ਆਪਣੇ ਆਪ ਨੂੰ ਕੀ ਚੇਂਜ ਕਰ ਲੈਂਦਾ, ਸੋਲਿਡ ਚੇਂਜ ਕਰ ਲੈਂਦਾ। ਜਦੋਂ ਮੈਂ ਸੋਲਿਡ ਪਾਤਾ ਤਾਂ ਥੋੜਾ ਮੋਟੀਆਂ ਬੌਂਡਰ ਵਾਲ ਫੋਰਸ ਤਾਂ ਆਟੋਮੈਟਿਕਲੀ ਵੱਧ ਗਈਆਂ ਉਹਦੇ ਵਿੱਚ। ਜੇ ਆਟੋਮੈਟਿਕਲੀ ਵੱਧ ਗਈਆਂ ਇਹਦਾ ਮਤਲਬ ਮੈਨੂੰ ਜ਼ਿਆਦਾ ਹੁਣ ਟੈਂਪਰੇਚਰ ਘਟਾਉਣ ਦੀ ਲੋੜ ਨਹੀਂ ਪੈਣੀ, ਪਹਿਲਾਂ ਹੀ ਓਨੀਆਂ ਬੌਂਡਰ ਵਾਲ ਫੋਰਸਾਂ ਉਹ ਅੱਧੀਆਂ ਬਣ ਗਈਆਂ, ਅੱਧੀਆਂ ਕੋ ਹੋਰ ਬਣਾ ਕੇ ਮੈਂ ਉਹਨੂੰ ਕੀ ਚੇਂਜ ਕਰ ਲੂੰਗਾ, ਸੋਲਿਡ ਦੇ ਵਿੱਚ ਚੇਂਜ ਕਰ ਲੂੰਗਾ। ਇਹਦਾ ਮਤਲਬ ਸਾਡਾ ਪਹਿਲਾਂ 0 ਤੇ ਸੀਗਾ, ਹੁਣ 5 ਡਿਗਰੀ ਸੈਲਸੀਅਸ ਤੇ ਹੀ ਕੀ ਹੋ ਜਾਊਗਾ, ਉਹ ਸੋਲਿਡ ਬਣ। ਸਾਡਾ ਕੀ ਹੁੰਦਾ, ਡਿਪਰੈਸ ਹੋ ਜਾਂਦਾ ਹੁੰਦਾ, ਫਰੀਜ਼ਿੰਗ ਪੁਆਇੰਟ ਡਿਪਰੈਸ ਹੋ ਜਾਂਦਾ ਹੁੰਦਾ। ਤੇ ਸੈਕੰਡ ਗੱਲ, ਫਿਰ ਜਿੰਨੇ ਪਾਰਟੀਕਲ ਜ਼ਿਆਦਾ ਪਾਈ ਜਾਊਂਗਾ ਤਾਂ ਆਟੋਮੈਟਿਕਲੀ ਬੌਂਡਰ ਵਾਲ ਫੋਰਸ ਆਪ ਹੀ ਵਧੀ ਜਾਣਗੀਆਂ,
ਤਾਂ ਮੈਨੂੰ ਉਨਾ ਘੱਟ ਟੈਂਪਰੇਚਰ ਘਟਾਉਣ ਦੀ ਕੀ ਪਊਗੀ, ਲੋੜ ਪਊਗੀ। ਇਹਦਾ ਮਤਲਬ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਕਿਹਦੇ ਡਿਪੈਂਡ ਕਰ ਰਿਹਾ, ਓਨਲੀ ਐਂਡ ਓਨਲੀ ਕੁਆਂਟੀਟੀ 'ਤੇ ਡਿਪੈਂਡ ਕਰ ਰਿਹਾ। ਕਿਹਦੀ ਕੁਆਂਟੀਟੀ 'ਤੇ, ਸਲਿਊਟ ਪਾਰਟੀਕਲ ਦੀ ਕੁਆਂਟੀਟੀ 'ਤੇ। ਜਿੰਨਾ ਪਾਈ ਜਾਵਾਂਗੇ ਓਨੀ ਕੁਆਂਟੀਜ਼ ਕੀ ਹੋ ਜਾਣਗੀਆਂ ਸਾਡੇ ਕੋਲੇ, ਜ਼ਿਆਦਾ ਉਹ ਡਿਪਰੈਸ ਹੋਈ ਜਾਊਗਾ। ਇਹਦਾ ਮਤਲਬ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਕਿਹੜੀ ਪ੍ਰੋਪਰਟੀ ਹੈ, ਕੋਲੀਗੇਟਿਵ ਪ੍ਰੋਪਰਟੀ ਹੈਗੀ। ਅੱਗੇ ਵਧਦੇ ਹਾਂ। ਫਿਰ ਐਕਸਪੈਰੀਮੈਂਟਲੀ ਪ੍ਰੂਵ ਕੀਤਾ ਗਿਆ ਕਿ ਡੈਲਟਾ ਟੀ ਐਫ ਦਾ ਮਤਲਬ ਕੀ ਆ, ਚੇਂਜ ਇਨ ਫਰੀਜ਼ਿੰਗ ਪੁਆਇੰਟ। ਇਹ ਕਾਹਦੇ ਬਰਾਬਰ ਹੁੰਦਾ ਗਾ, ਐਮ ਦੇ ਬਰਾਬਰ। ਬਟ ਇਜ਼ ਐਮ ਮੋਲੈਲਿਟੀ। ਛੋਟੀ ਐਮ ਹਮੇਸ਼ਾ ਮੋਲੈਲਿਟੀ ਨੂੰ ਡਿਨੋਟ ਕਰਦੀ ਆ, ਸਮਾਲ ਐਮ ਇਜ਼ ਆਲਵੇਜ਼ ਮੋਲੈਲਿਟੀ। ਡੈਲਟਾ ਟੀ ਐਫ बराबर की है कांस्टेंट के कांस्टेंट। दिस के कांस्टेंट इज कॉल्ड फ्रीजिंग मोलर फ्रीजिंग कांस्टेंट, मोलर फ्रीजिंग कांस्टेंट। सानू पता कि डेल्टा टी एफ कर लो पुत्रा, कर लो, गुड। आगे बढ़िए। डेल्टा टी एफ का बराबर हो गया के एम। एम की है मोलैलिटी। सानू पता पुत्रो मोलैलिटी का फार्मूला की होना होंदा, नंबर ऑफ मोल्स ऑफ सॉल्यूट। मोल्स ऑफ सॉल्यूट का मतलब की होया है अपने W B बटा MP। ठीक नहीं गल, बटा की है मास ऑफ सॉल्वेंट WA ते गुणा कितना करांगे आपका 1000। ठीक है, मैं सुन कर समझाया सी भी जे बटा हो गई ना, बटा थले आ जाता, असं कहांगे MP, कहांगे MP। तो डेल्टा टी एफ बराबर की है के इंटू डब्ल्यू की, छुट्टी पूरा दिन करूँगा। तो डेल्टा टी एफ बराबर के डब्ल्यू बी गुणा की आ गया 1000 बटा WA गुणा की आ गया MP। ठीक है। फिर पुत्रो आपां कल भी दैट की कहा कि की पता करना, एम बी पता करना। तो एम बी का फार्मूला की हो जाऊगा, एम बी ऊपर चला जाऊगा, काला नंबर हो गया डेल्टा के इंटू डब्ल्यू बी गुणा 1000 बटा WA गुणा डेल्टा टी। आ की आ गया एम बी, दैट इज मोलर मास का फार्मूला। समझ लगी। अगे चौथा पॉइंट, लास्ट चौथी कॉलिगेटिव प्रॉपर्टी लिखो ऑस्मोसिस। पहले समझते हैं आप कॉलिगेटिव प्रॉपर्टी किमें है, ये बारे गल बाद करा। लिखो पहला ऑस्मोसिस एंड ऑस्मोसिस। ऑस्मोसिस बहुत ही बढ़िया क्वेश्चन है, पेपर के विचों ये हमेशा क्वेश्चन आते हैं। ऑस्मोसिस बहुत बढ़िया टॉपिक है साथियों। असीं देखते हैं कि वट इज ऑस्मोसिस। सब तो पहला इसकी खोज ऑस्मोसिस की एक विज्ञानी सीगे एबे नॉलेट, नाम रखने की कोशिश करो। एबे नॉलेट द्वारा ऑस्मोसिस की खोज की गई। ये नहीं कि उन्हें बनाया, उन्होंने लभ्या भी एक ऑस्मोसिस एक प्रोसैस होंदा। तो एबे नॉलेट द्वारा ऑस्मोसिस प्रोसैस बारे की है सब तो पहला दस्सिया की हुंदा। उन्होंने दस्सिया कि जिवें तुसीं किलो एक आंडा लो, मुर्गी का आंडा लो, आंडे का उपरला फोल तुसीं की करदे हो उतार। साथियों तुम क्वेश्चन आओ, तुसीं कोई कॉम्पीटिटिव एग्जाम तैयारी करोगे, कि आंडे का उपरला फोल होंदा जिन्होंने ला देने वो किहड़ा कंपाउंड होंदा, किहड़े कंपाउंड तो मिलकर वो बनता। बहुत बढ़िया क्वेश्चन है, बहुत पेपर आता। ध्यान रखियो जो आप फोल उपर ला देने ना वाइट फोल, समझे कि गल कर रहे हैं, मैं हार्ड पोर्शन की गल कर रहे हैं। वो की एक तरीके की सैल वॉल आ जी कि उन्होंने असल में अंडे बचाती है भी भाई जेकर ये कोई सट फेट बजती भी आ तो वो दैट डिस्क टुटे ना, तो वो ना हार्ड बनाया जाता। तो जी वो उपरला अंडे का फोल आ वो साथियों की होंदा हमेशा CaCO3 होंदा। ध्यान रखना, याद रखना। इट इज कॉल्ड कैल्शियम कार्बन। CaCO3 होंदा उपरला पोर्शन, कैल्शियम कार्बन। तो ये क्वेश्चन आ कैल्शियम कार्बोनेट का कॉमन नेम की है, बट इज द कॉमन नेम ऑफ कैल्शियम कार्बोनेट। ये तो फार्मूला कॉमन नेम
जिवें बस कैमिकल नेम तो कॉमन नेम करते हैं, बट ये तो कॉमन नेम कैल्शियम करते हैं। थोड़े वास्ते होमवर्क है, कल लभ के लेके आए हो, ये कॉमन नेम बहुत पेपर में क्वेश्चन आता कैल्शियम कार्बोनेट का कॉमन। आओ अपने टॉपिक को लगाते हैं। मेरे को CO थ्रू उतारता, मैं क्लियर एक आंडा ले लिया, आंडे के उपरले पास तुम देखोगे एक मैंबरेन की लगी होती है, एक केड़ी मैंबरेन है, ये है सैमी परमीएबल मैंबरेन। ये है सैमी परमीएबल मैंबरेन। तो असीं देखांगे कि आंडे के उपरले पासे की होंदी कि सैमी परमीएबल मैंबरेन होंदी है। असीं देखते हैं कि जदों आंडा दैट इज की आ पाया जाता पानी दे विच, तुहानूं देखिआ ये गल्लां बातां कि पानी जिस आंडा रखा गया तो पानी आ सैमी परमीएबल के राही किहदे विच चला गया, आंडे दे विच चला गया। तो पानी की चला गया, आंडे दे विच चला गया। तो हुणे उत्थों प्रूव कीता कि एक प्रक्रिया हुंदी आ ऑस्मोसिस, कुदरती प्रक्रिया है, नैचुरल प्रोसैस है, जिहदे विच जदों असीं कहने भी दो की होना, एक की है सॉल्वेंट, एक की हैगा सोल्यूशन। जेकर दो भांडे, एक सॉल्वेंट पा एक सोल्यूशन पा लिया, दोहां दे विचाले की लाती सैमी परमीएबल मैंबरेन लाती, तो की होंदा हमेशा सॉल्वेंट अपने आले पासे तो किहड़े पासे मूव कर जांदा हैगा, सोल्यूशन वाले पासे की कर जांदा हैगा, मूव कर जांदा। सो ऑस्मोसिस इज अ प्रोसैस इन विच सॉल्वेंट मूव्स टू सोल्यूशन व्हेन सैमी परमीएबल मैंबरेन इज अटैच्ड। सॉल्वेंट तो किहड़े पासे चला जांदा हैगा, सोल्यूशन वाले पासे चला जांदा। ध्यान रखना है गल। क्वेश्चन कई बार पेपर च ऐ भी आ जाता, कला सॉल्वेंट ना कह के थोनू पता जी आ सॉल्वेंट आ, ध्यान मेरे कन्नी जे कला सॉल्वेंट आ, ਇਹਦਾ मतलब सॉल्वेंट की है ज़्यादा, सॉल्वेंट ज़्यादा हो गया, तो सोल्यूशन की है जीरो, तो सोल्यूशन की है घट। सोल्यूशन दे विच एज कंपेयर टू ਇਹਦੇ ਨਾਲ सोल्यूट की मात्रा की होगी ज़्यादा, तो सॉल्वेंट की मात्रा की होगी घट। गल कैच करने की कोशिश करो, मैं कहना चाहना दोबारा समझ लिया साथियों। क्वेश्चन दो तीन तरीके आ जाता है ये। ऑस्मोसिस की आ तीन तरीके का प्रोसैस है, गल एक ही आ, एक ही गल बार बार घुमाते हैं। की गल साडे कोले एक प्योर सॉल्वेंट आ, भाव कला पानी पिया है, इधरले पासे की है सोल्यूशन। जे सोल्यूशन आ ਇਹਦਾ मतलब की है खंड, तो ये की है पानी। तो पहला पॉइंट तो की कहता कि हमेशा ऑस्मोसिस की होंदा गा सॉल्वेंट तो कोई चीज़ किहड़े पासे चली जाती है, सोल्यूशन वाले पासे चली जाती है, पर पानी ऑस्मोसिस राही किधर चला जाऊगा, सोल्यूशन वाले चला जाऊगा। पहला पॉइंट समझ आ गया। दूजा पॉइंट, जेकर सॉल्वेंट आ, मैं ये सॉल्वेंट है तो सॉल्वेंट च सल्यूट की मात्रा की होगी घट, जो कल प्योर सॉल्वेंट ही है तो सल्यूट की मात्रा की होगी घट ही होगी, पर एज कंपेयर टू सोल्यूशन आ तो ये विचकार सल्यूट की मात्रा की होगी ज़्यादा, तो सॉल्वेंट की मात्रा की होगी घट। समझ लगी गल। हुण दूजी डेफिनेशन की आ, असी कहांगे कि ऑस्मोसिस एक प्रक्रिया होंदी है जिहदे विच सॉल्वेंट ही मूव करो, मूव तो सॉल्वेंट नहीं करना, सोल्यूशन कदे मूव नहीं करना। फिर बोलदा ऑस्मोसिस एक प्रक्रिया होंदी है जिहदे विच सॉल्वेंट मूव करता, कदों हायर सॉल्वेंट कंसनट्रेशन टू लोअर सॉल्वेंट कंसनट्रेशन। तीजा पॉइंट, ऑस्मोसिस की प्रक्रिया होंदी है जिहदे विच सॉल्वेंट मूव करता किधरों, लोअर सल्यूट कॉन्सनट्रेशन तो हाई सल्यूट कॉन्सनट्रेशन मूव करता। अपनी बुक च तीन डेफिनेशन लिखिया हुई, तो बंदा उलझ जाता भी किवें डेफिनेशन आईयां, इक्को ही गल नूं उन्होंने तीन बारी की कीता होया, घुमाया। लिखो लिखो द फिनोमिना ऑफ फ्लो ऑफ सॉल्वेंट थ्रू आ semi permeable membrane from pure solvent to solution,
is called osmosis. From pure solvent to solution is called osmosis. Pure solvent किधर जाऊगा हो, solution वाले पासे जाओ. अगले को, it means solvent moves. It means solvent moves from high concentration of solvent. इन रट्टा मार लो, एक क्वेश्चन बनू प्लस 2 तो बाद जाके तुझे कोई हाई लेवल का एग्जाम दोगे तो क्वेश्चन आही बनता है, जो ध्यान रखना एमसीक्यू बेस्ड क्वेश्चन यही बनूगा जो हायर कॉन्सेंट्रेशन ऑफ सॉल्वेंट टू लोअर कॉन्सेंट्रेशन ऑफ सॉल्वेंट और लोअर concentration of a solute to higher concentration of a solute. ਆਪਾਂ ਅੰਬ ਦਾ ਚਾਰ ਬਣਾਉਣੇ ਆ ਤਾਂ ਆਪਾਂ ਕਰਦੇ ਕੀ ਆ, ਆਪਾਂ ਅੰਬ ਦੇ ਚਾਰ ਬਣਾਉਣ ਤੋਂ ਪਹਿਲਾਂ ਉਸ ਕੀ ਪਾ ਦਿੰਦੇ ਆ, ਨਮਕ ਪਾ ਦਿੰਦੇ ਆ। ਪਾਉਣਾ ਕਿ ਨਹੀਂ ਪਾਉਂਦੇ? ਕਿਉਂ ਪਾਉਣਾ ਨਮਕ? ਤਾਂ ਕਿ ਉਹਦੇ ਵਿੱਚੋਂ ਪਾਣੀ ਕੀ ਹੋ ਜਾਵੇ, ਰਿਮੂਵ ਹੋ ਜਾਵੇ। ਕਿਹਦੇ ਵਿੱਚੋਂ ਪਾਣੀ ਰਿਮੂਵ ਹੋ ਜਾਵੇ? ਅੰਬ ਦੇ ਵਿੱਚੋਂ। ਕਿਉਂ? ਜੇ ਪਾਣੀ ਰਿਮੂਵ ਹੋ ਜਾਊਗਾ ਤਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਅੰਬ ਆ ਉਹਦੇ ਗਲਣ ਦੇ ਜਾਂ ਉਹਦੇ ਖਰਾਬ ਹੋਣ ਦੇ ਚਾਂਸਸ ਕੀ ਹੋਣ, ਘਟ ਜਾਣਗੇ, ਜਿਹਦੇ ਕਰਕੇ ਲੰਬੇ ਸਮੇਂ ਤੱਕ ਜਾਊਗਾ। ਤਾਂ ਧਿਆਨ ਕਰੋ, ਅੰਬ ਮੈਂ ਲਿਆ, ਮੈਂਗੋ, ਤਾਂ ਉਹਨੂੰ ਜਦੋਂ ਬਰਾਈਨ ਸੋਲੂਸ਼ਨ 'ਚ ਪਾਇਆ, ਧਿਆਨ ਕਰੋ ਉਹਨੂੰ ਬਰਾਈਨ ਸੋਲੂਸ਼ਨ ਕਹਿੰਦੇ ਨੇ। ਜਦੋਂ ਪਾਣੀ ਦਾ NaCl ਨਾਲ ਮਿਸ਼ਰਣ ਹੋ ਜਾਂਦਾ, ਬਹੁਤ ਇੰਪੋਰਟੈਂਟ ਗੱਲ ਆ, ਉਹਨੂੰ ਕਹਿੰਦੇ ਬਰਾਈਨ ਸੋਲੂਸ਼ਨ। ਧਿਆਨ ਰੱਖਣਾ ਇਹਨਾਂ ਦੇ। ਤਾਂ ਬਰਾਈਨ ਸੋਲੂਸ਼ਨ ਜਦੋਂ ਆਪਾਂ ਕੀ ਪਾਵਾਂਗੇ, ਮੈਂਗੋ ਪਾਵਾਂਗੇ, ਤਾਂ ਮੈਂਗੋ ਦੇ ਵਿੱਚੋਂ ਦੈਟ ਇਜ਼ ਕੀ ਹੋ ਜਾਊਗਾ, ਵਾਟਰ ਕੀ ਆ ਜਾਊਗਾ, ਬਾਹਰ ਆ ਜਾਊਗਾ, ਪਾਣੀ ਕੀ ਆ ਜਾਊਗਾ, ਬਾਹਰ ਆ। ਆਪਾਂ ਪੜ੍ਹਿਆ ਸੀਗਾ ਕਿ ਹਮੇਸ਼ਾ ਸੋਲਵੈਂਟ ਮੂਵ ਕਰਦਾ ਕਿੱਧਰੋਂ, ਹਾਇਰ ਕੌਨਸੈਂਟਰੇਸ਼ਨ ਆਫ ਸੋਲਵੈਂਟ। ਇਹਦਾ ਮਤਲਬ ਇਹ ਵੀ ਭਾਵੇਂ ਸਲੂਟ ਤਾਂ ਹੈਗੇ ਸੀ ਨਾ, ਪਾਣੀ ਤਾਂ ਨਹੀਂ ਹੋਣਾ, ਪਾਣੀ ਤੋਂ ਇਲਾਵਾ ਹੋਰ ਵੀ ਕੁਝ ਹੋਊਗਾ, ਪਰ ਐਜ਼ ਕੰਪੇਅਰ ਟੂ ਬਰਾਈਨ ਸੋਲੂਸ਼ਨ ਨਾਲੋਂ ਇਹਦੇ ਵਿੱਚ ਪਾਣੀ ਦੀ ਮਾਤਰਾ ਕੀ ਸੀਗੀ, ਜ਼ਿਆਦਾ। ਹਾਇਰ ਕੌਨਸੈਂਟਰੇਸ਼ਨ ਕੀ ਸੀਗੀ ਸੋਲਵੈਂਟ ਦੀ ਐਜ਼ ਕੰਪੇਅਰ ਟੂ, ਅਸੀਂ ਲੈ ਕੇ ਨਾ ਚੱਲਦੇ ਹਾਂ ਵੀ ਤਾਂ ਕਿ ਇਹਦੇ ਵਿੱਚ ਮਾਤਰਾ ਪਾਣੀ ਦੀ ਕੀ ਹੋਵੇ, ਜ਼ਿਆਦਾ ਹੋਵੇ, ਤੇ ਬਰਾਈਨ ਸੋਲੂਸ਼ਨ ਦੇ ਵਿੱਚ ਕਰ ਮਾਤਰਾ ਕੀ ਹੋਵੇ, ਘੱਟ ਹੋਵੇ। ਤਾਂ ਜੇ ਘੱਟ ਹੋਊ ਤਾਂ ਅਸੀਂ ਇਹਨੂੰ ਕਰ ਲਾਂਗੇ ਹੇਠਲੇ ਪਾਸੇ ਆ ਜਾਓ। ਜੇਕਰ ਮੈਂ NaCl ਨਾ ਪਾਉਂਦਾ, ਨਮਕ ਨਾ ਪਾਉਂਦਾ, ਫਿਰ ਕੀ ਹੋਣਾ ਸੀਗਾ, ਇਹੀ ਰਿਐਕਸ਼ਨ ਨੇ ਉਲਟ ਹੋ ਜਾਣਾ ਸੀਗਾ। ਇੱਥੇ ਹੁਣ ਇਕੱਲਾ ਪਾਣੀ ਆ ਤਾਂ ਸੋਲਵੈਂਟ ਦੀ ਮਾਤਰਾ ਕੀ ਹੋ ਗਈ, ਜ਼ਿਆਦਾ ਹੋ ਗਈ, ਤੇ ਇਹਦੇ ਵਿੱਚ ਪਾਣੀ ਤਾਂ ਹੈਗਾ, ਨਾਲ ਕੁਛ ਨਾ ਕੁਛ ਹੋਰ ਵੀ ਹੋਊਗਾ ਨਾ, ਪਰ ਇਹਦੇ ਨਾਲੋਂ ਕੰਪੈਰੀਜ਼ਨ ਇਹਦੇ ਵਿੱਚ ਸੋਲਵੈਂਟ ਦੀ ਮਾਤਰਾ ਪਰਸੈਂਟੇਜ ਵਾਈਜ਼ ਕੀ ਘੱਟ ਆ, ਤਾਂ ਉਹੀ ਜਿਹੜਾ ਪਾਣੀ ਸੀ ਜਿਹੜਾ ਇਹ ਤੋਂ ਬਾਹਰ ਆ ਗਿਆ, ਉਹੀ ਪਾਣੀ ਕੀ ਚਲਾ ਜਾਣਾ ਸੀਗਾ, ਇਹਦੇ ਅੰਦਰਲੇ ਪਾਸੇ ਚਲਾ ਜਾਣਾ ਸੀਗਾ। ਤਾਂ ਅਸੀਂ ਦੇਖਦੇ ਹਾਂ ਕਿ ਇੱਦਾਂ ਕਰਕੇ ਔਸਮੋਸਿਸ ਪ੍ਰਕਿਰਿਆ ਕੀ ਕਰਦੀ ਹੈ, ਕੰਮ ਕਰਦੀ। ਤੁਸੀਂ ਪੜ੍ਹਿਆ ਹੋਣਾ, ਇੱਕ ਔਸਮੋਸਿਸ ਹੁੰਦੀ, ਇੱਕ ਡਿਫਿਊਜ਼ਨ ਹੁੰਦੀ ਹੈ। ਇੱਕ ਔਸਮੋਸਿਸ ਪ੍ਰਕਿਰਿਆ ਹੁੰਦੀ ਹੈ, ਇੱਕ ਹੁੰਦੀ ਡਿਫਿਊਜ਼ਨ। ਦੋਹਾਂ ਦੇ ਵਿੱਚ ਕੀ ਡਿਫਰੈਂਸ, ਔਸਮੋਸਿਸ ਤੇ ਡਿਫਿਊਜ਼ਨ ਦੇ? ਅਸੀਂ ਪੜ੍ਹਦੇ ਹਾਂ ਜਿਹੜੀ ਔਸਮੋਸਿਸ ਆ ਉਹਦੇ ਲਈ ਸੈਮੀ ਪਰਮੀਏਬਲ ਮੈਂਬਰੇਨ ਦਾ ਹੋਣਾ ਚਾਹੀਦਾ। ਵਿਦਆਊਟ ਸੈਮੀ ਪਰਮੀਏਬਲ ਮੈਂਬਰੇਨ ਔਸਮੋਸਿਸ ਪ੍ਰਕਿਰਿਆ ਨਹੀਂ ਹੋ ਸਕਦੀ, ਤਾਂ ਇਹਦੇ ਲਈ ਹੋਣੀ ਹੋਣਾ ਚਾਹੀਦਾ। ਪਰ ਡਿਫਿਊਜ਼ਨ ਦੇ ਵਿੱਚ ਕੋਈ ਤੁਹਾਨੂੰ ਸੈਮੀ ਪਰਮੀ ਮੈਂਬਰੇਨ ਨਹੀਂ ਚਾਹੀਦੀ ਹੁੰਦੀ। ਤੁਹਾਨੂੰ ਮੈਂ ਯਾਦ ਕਰਾਉਣਾ ਕਿ ਵਾਟ ਇਜ਼ ਡਿਫਿਊਜ਼ਨ। ਤੁਹਾਡੇ ਕੋਲੇ ਵੀ ਨੇ ਆ ਇੱਕ ਭਾਂਡਾ, ਇਹਦੇ ਨਾਲ ਕੀ ਲੱਗਿਆ ਪਿਆ, ਇੱਕ ਬਾਹਰ ਲੱਗੀ ਸੈਪਰੇਸ਼ਨ ਕੀਤੀ ਹੋਈ। ਤੁਸੀਂ ਇਧਰਲੇ ਪਾਸੇ ਕੀ H2 ਗੈਸ ਪਾਤੀ, ਇਧਰਲੇ ਪਾਸੇ ਕੀ ਪਾਤੀ, O2 ਗੈਸ ਪਾਤੀ। ਤੁਸੀਂ ਕੀਤਾ ਹਜੇ ਹੁਣ H2 ਦੇ ਆਊਟਪੁੱਟ ਨੇ ਵੱਖੋ ਵੱਖਰੇ ਨੇ ਨਾ, ਪਰ ਜਦੋਂ ਤੁਸੀਂ ਇਹਨੂੰ ਚੱਕ ਦਿਓਗੇ, ਬਾਹਰ ਨੂੰ ਚੱਕ ਦਿਓਗੇ, ਆਪਾਂ ਕੁਝ ਨਹੀਂ ਕਰਦੇ, ਆਪਾਂ ਜਸਟ ਕੀਤੀ ਹੈ ਬਾਹਰ ਨੂੰ ਕੀ ਕੀਤਾ, ਰਿਮੂਵ ਕੀਤਾ। ਤਾਂ ਵਿਦਆਊਟ ਬਾਹਰ ਇਹ H2 ਤੇ O2 ਆਪਣੇ ਆਪ ਕੀ ਹੋ ਜਾਣਗੀਆਂ, ਮਿਕਸਅਪ ਹੋ ਜਾਣਗੀਆਂ। ਤਾਂ ਇੱਦਾਂ ਮਿਕਸਅਪ ਹੋਣਾ ਵਿਦਆਊਟ ਐਨੀ ਸੈਮੀ ਪਰਮੀਏਬਲ ਮੈਂਬਰੇਨ, ਆਪਸ ਦੀ ਮਿਕਸਅਪ ਹੋ ਜਾਣਾ, ਇਹਨੂੰ ਕੀ ਕਿਹਾ ਜਾਂਦਾ ਹੈਗਾ, ਡਿਫਿਊਜ਼ਨ ਕਿਹਾ ਜਾਂਦਾ। ਸਮਝੀ ਗੱਲ ਨੂੰ? ਜੇ ਮੈਂ ਇੱਥੇ ਕੁਰਸੀ ਰੱਖ ਰਿਹਾ, ਕਮਰੇ ਦੇ ਵਿੱਚ ਇੱਥੇ ਕੁਰਸੀ ਰੱਖ ਰਿਹਾ, ਬਾਹਰ ਲਾ ਦਿਆਂ, ਬਾਹਰ ਚੱਕ ਦਿਆਂ, ਕੀ ਉਹ ਕੁਰਸੀਆਂ ਘੁਲ ਜਾਣਗੀਆਂ ਆਪਸ ਦੀ? ਨਹੀਂ ਘੁਲਦੀਆਂ। ਇਹਦਾ ਮਤਲਬ ਸੋਲਿਡ ਦੇ ਵਿੱਚ ਡਿਫਿਊਜ਼ਨ ਨਹੀਂ ਹੋ ਸਕਦਾ। ਮੈਂ ਇੱਥੇ ਪਾਣੀ ਪਾ ਦਿਆਂ,
परले पासे कोक पा दें, फिर चक दें कि कोक के पानी मिल जाएंगे, कोक के पानी मिल जाएंगे, नहीं मिलते, मिल जाएंगे मतलब पानी ना भरिया इधर हो भरिया है चक दो बार तो एक दूजे ना किसी मिक्सअप हो जाएंगे। ये ना मतलब डिफ्यूजन लिक्विड के हो सकते, ध्यान रखें निक्के निक्के क्वेश्चन नहीं मैं थोड़ा पढ़ा रहा ना कि पढ़ा रहा ध्यान रखो मैं थोड़ा MCQ बेस्ड पढ़ा रहा जिमें MCQ आते हैं तो तुम भी रट्टा ना मारो भी लिखने से ज़्यादा समझने की फोकस करना करना। क्वेश्चन आऊगा तो दसो डिफ्यूजन कि हो सकती है। ऑप्शन आईया सॉलिड लिक्विड च, ऑप्शन आईया लिक्विड गैस च, ऑप्शन आईया सॉलिड लिक्विड गैस च, ऑप्शन आईया कोई नहीं आए पेपर च क्वेश्चन आते प्लस 2 के बाद। तो हम जिन्होंने पता भी डिफ्यूजन सॉलिड च नहीं हो सकती पर लिक्विड च हो सकती है तो गैस भी हो सकती है। यह मतलब आंसर किहड़ा आ जाऊगा लिक्विड एंड गैस साडा की आऊगा आंसर आ जाएगा। तो डिफ्यूजन वास्ते असीं देखते हैं कि डिफ्यूजन एक नैचुरल प्रोसैस आ। ਅਸੀਂ पढ़ते हैं कि कारण की होंगे कि इंट्रोपी होंगे इंट्रोपी करके आप पढ़ांगे प्लस 2 च इंट्रोपी चंगी तरह तो इंट्रोपी करके वो की होंगे घुल मिल जाते हैं। तो असीं देखा कि ये डिफ्यूजन च नो सैमी परमीएबल मैंबरेन कोई सैमी परमीएबल मैंबरेन की लोड़ नहीं होंगी पर डिफ्यूजन असीं देखते हैं कि सैमी ऑस्मोसिस च हमेशा ओनली कौन मूव करता सॉल्वेंट मूव करता हमेशा सॉल्वेंट मूव करते हैं पर असीं देख रहे हैं कि डिफ्यूजन के दोवें सल्यूट भी मूव करता कि सॉल्वेंट भी दोवें मूव करते हैं सल्यूट भी मूव करता सॉल्वेंट भी साथ ही मूव करता। असीं देखते हैं कि हमेशा जिहड़ी ऑस्मोसिस आ ध्यान करो आ बहुत वधिया पॉइंट है बहुत इतना क्वेश्चन आया कोई जेई का एग्जाम में होंगे कोई भी एग्जाम में होंगे क्वेश्चन बहुत इतना आया हमेशा ऑस्मोसिस मूव करती है लोअर कॉन्सनट्रेशन ऑफ सल्यूट टू हायर कॉन्सनट्रेशन ऑफ सल्यूट घट तो वध वाले पासे मूव करती है ना मूव कौन करता सॉल्वेंट पर किधरों करता है लोअर तो हायर वाल की लोअर तो हायर सल्यूट की। सिमिलरली असीं देख रहे हैं कि डिफ्यूजन आ ये हमेशा हायर कॉन्सनट्रेशन तो लो कॉन्सनट्रेशन ऑफ सल्यूट की करती है हो जाती है लोअर तो हायर तो की जाती है हायर तो लोअर कॉन्सनट्रेशन। ਅਸੀਂ देखते हैं कि ऑस्मोसिस आ इट इज़ ओनली फॉर लिक्विड ऑस्मोसिस कभी भी गैस या सॉलिड नहीं हो सकती इट इज़ ओनली फिनोमिना फॉर लिक्विड। तब सॉल्वेंट पढ़ते हैं बार सॉल्वेंट में जब होंगे लिक्विड होंगे तो इधरले पासे एक प्रोसेस आ इट इज़ फॉर गैसेस एज वेल एज फॉर लिक्विड भावें गैस होर क्वेश्चन रखना गैस डिफ्यूजन तेज होंगी है एज कंपेयर टू किहदे नालों लिक्विड गैसां डिफ्यूजन तेजी नाल होगी एज कंपेयर टू किहदे नालों लिक्विड। लास्ट पॉइंट पंजवां ऑस्मोसिस कैन बी स्टॉप इनू रोक सकते हैं आप कैन बी स्टॉप और रिवर्स किवें करांगे वो अगे बढ़ांगे पर अपना टॉपिक की है भी ऑस्मोसिस नूं रोक सकते हैं तो इनू पर रिवर्स भी कर सकते हैं भावें धक्के नाल जे मूव कर रही है लोअर कॉन्सनट्रेशन टू हायर कॉन्सनट्रेशन तो मैं धक्के नाल इहनूं की कर सकदा हायर कॉन्सनट्रेशन टू लो कॉन्सनट्रेशन में मूव करा सकदा ऑस्मोसिस फोर्सफुली करा सकते हैं परंतु डिफ्यूजन ना ही स्टॉप कर सकते हैं कांट बी स्टॉप इहनूं ना ही स्टॉप कर सकते हो नॉट बी रिवर्स ना ही उठा सकते एक बार डिफ्यूजन हो गई बार डिफ्यूजन ना ही रोक सकते ना ही कर सकते स्टॉप कर सकते। मोस्ट इंपॉर्टेंट क्वेश्चन पेपर जो क्वेश्चन आया तो मैं दसिया सीगा तीन आप डिफरेंसिस पढ़े ने पहला डिफरेंस पढ़िया किहड़ा आइडियल तो नॉन आइडियल वाला दूजा किहड़ा पढ़ियागा पॉजिटिव तो नैगेटिव वाला तीजा किहड़ा पढ़िया ऑस्मोसिस डिफ्यूजन वाला। गारंटी करदा पेपर के विचों इन्हां डिफरेंसिस चों क्वेश्चन हमेशा आउंदा ही आउंदा ध्यान रखना डिफरेंसिस तुहानूं पक्का पता होने चाहिए समझे गल नूं।